ਮੇਰਾ ਪਤੀ ਮੇਰੇ ਤੋਂ 20 ਸਾਲ ਵੱਡਾ ਸੀ। ਅਸੀਂ ਆਪਸ ਵਿੱਚ ਬਹੁਤ ਲੜਦੇ ਝਗੜਦੇ ਸੀ। ਇੱਕ ਦਿਨ ਮੇਰੇ ਪਤੀ ਦਾ ਬੀਪੀ ਬਹੁਤ ਵੱਧ ਗਿਆ ਤੇ ਉਸ ਨੂੰ ਲਕਵਾ ਮਾਰ ਗਿਆ। ਹੁਣ ਉਹ ਬਸ ਮੰਜੇ ਜੋਗਾ ਰਹਿ ਗਿਆ। ਉਹ ਰਾਤ ਨੂੰ ਬਹੁਤ ਰੋਂਦਾ ਤੇ ਵਾਰ-ਵਾਰ ਸਟੋਰ ਰੂਮ ਵੱਲ ਇਸ਼ਾਰਾ ਕਰਦਾ। ਜਦੋਂ ਮੈਂ ਸਟੋਰ ਰੂਮ ਵਿੱਚ ਜਾਂਦੀ ਤਾਂ ਅੰਦਰ ਕੋਈ ਨਾ ਹੁੰਦਾ। ਇੱਕ ਦਿਨ ਮੇਰੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਇੱਕ ਦਿਨ ਸਟੋਰ ਰੂਮ ਦੀ ਸਫਾਈ ਕਰਦੇ ਸਮੇਂ ਦੇਖਿਆ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਸਟੋਰ ਰੂਮ ਵਿੱਚ ਤਾਂ ਕਹਿੰਦੇ ਆ ਕਿ ਜ਼ਿੰਦਗੀ ਸਭ ਨਾਲ ਇੱਕ ਨਾ ਇੱਕ ਦਿਨ ਇਨਸਾਫ ਜ਼ਰੂਰ ਕਰਦੀ ਆ। ਕੁਝ ਲੋਕਾਂ ਨਾਲ ਇਨਸਾਫ ਹੋ ਜਾਂਦਾ ਤੇ ਪਤਾ ਵੀ ਨਹੀਂ ਲੱਗਦਾ। ਉਹਨਾਂ ਲੋਕਾਂ ਵਿੱਚੋਂ ਮੈਂ ਹਾਂ। ਮੇਰਾ ਨਾਂ ਅਮਨ ਹੈ। ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ। ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਇੱਕ ਸਰਕਾਰੀ ਨੌਕਰ ਨਾਲ ਕਰਵਾ ਦਿੱਤਾ, ਜੋ ਕਿ ਇੱਕ ਬਹੁਤ ਹੀ ਉੱਚੇ ਪਦ 'ਤੇ ਲੱਗਿਆ ਹੋਇਆ ਸੀ, ਪਰ ਮੇਰੇ ਨਾਲੋਂ ਪੂਰੇ 20 ਸਾਲ ਵੱਡਾ ਸੀ। ਜਦੋਂ ਅਸੀਂ ਦੋਵੇਂ ਇਕੱਠੇ ਬਾਹਰ ਜਾਂਦੇ ਤਾਂ ਲੋਕ ਸਮਝਦੇ ਕਿ ਬਾਪ ਬੇਟੀ ਜਾ ਰਹੇ ਹਨ। ਉਸਨੇ ਮੈਨੂੰ ਕਿਹਾ ਕਿ ਤੂੰ ਜ਼ਿਆਦਾ ਤੋਂ ਜ਼ਿਆਦਾ ਖਾਣਾ ਖਾਇਆ ਕਰ ਤੇ ਆਪਣਾ ਵਜ਼ਨ ਵਧਾ ਤਾਂ ਕਿ ਤੂੰ ਮੇਰੇ ਬਰਾਬਰ ਲੱਗ ਸਕੇ। ਮੈਂ ਮਜ਼ਾਕ ਵਿੱਚ ਕਿਹਾ ਕਿ ਤੁਸੀਂ ਆਪਣਾ ਵਜ਼ਨ ਘੱਟ ਕਰ ਲਓ। ਉਸਨੇ ਅਗਲੇ ਹੀ ਪਲ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ। ਹਾਲੇ ਸਾਡੇ ਵਿਆਹ ਨੂੰ 4 ਦਿਨ ਹੀ ਹੋਏ ਸੀ ਤੇ ਉਸਨੇ ਮੇਰੇ 'ਤੇ ਹੱਥ ਚੁੱਕ ਲਿਆ। ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਂ ਤਾਂ ਇਹ ਸਭ ਕੁਝ ਮਜ਼ਾਕ ਵਿੱਚ ਕਿਹਾ ਸੀ। ਉਸਨੇ ਮੈਨੂੰ ਇੰਨੀ ਜ਼ੋਰ ਦੀ ਮਾਰਿਆ ਕਿ ਮੈਂ ਜ਼ਮੀਨ 'ਤੇ ਡਿੱਗ ਪਈ। ਮੈਨੂੰ ਕਹਿਣ ਲੱਗਿਆ ਕਿ ਤੂੰ ਔਰਤ ਆਂ ਤੇ ਔਰਤ ਬਣ ਕੇ ਹੀ ਰਹਿ। ਤੇਰੇ ਲਈ ਸਭ ਕੁਝ ਮੈਂ ਹੀ ਕਰਦਾ ਤੇ ਅੱਗੇ ਵੀ ਮੈਨੂੰ ਹੀ ਕਰਨਾ ਪੈਣਾ। ਤੈਨੂੰ ਕੋਈ ਹੱਕ ਨਹੀਂ ਕਿ ਤੂੰ ਮੇਰਾ ਮਜ਼ਾਕ ਬਣਾਵੇਂ। ਮੈਂ ਕਿਹਾ ਮੈਂ ਮਜ਼ਾਕ ਨਹੀਂ ਬਣਾ ਰਹੀ ਸੀ, ਪਰ ਉਸਨੇ ਇਸ ਗੱਲ ਦਾ ਬਹੁਤ ਬੁਰਾ ਮਨਾ ਲਿਆ। ਉਸ ਤੋਂ ਬਾਅਦ ਉਹ ਮੈਨੂੰ ਗੱਲ-ਗੱਲ 'ਤੇ ਤਾਨੇ ਦਿੰਦਾ। ਉਹ ਹਰ ਰੋਜ਼ ਮੇਰੇ ਖਾਣੇ ਲਈ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦਾ ਜਿਸ ਨਾਲ ਮੈਂ ਮੋਟੀ ਹੋ ਜਾਵਾਂ। ਬਾਹਰ ਦਾ ਉਲਟਾ ਸਿੱਧਾ ਖਾਣਾ ਖਾ ਕੇ ਮੇਰਾ ਪੇਟ ਖਰਾਬ ਰਹਿਣ ਲੱਗਿਆ। ਉਹ ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਤੇ ਮੈਨੂੰ ਕੁੱਟਦਾ ਮਾਰਦਾ। ਮੇਰੀ ਜ਼ਿੰਦਗੀ ਤਾਂ ਨਰਕ ਬਣ ਗਈ ਸੀ। ਮੈਂ ਆਪਣਾ ਵਜ਼ਨ ਵਧਾ ਲਿਆ, ਪਰ ਉਸਦਾ ਉਹੀ ਹਾਲ ਸੀ। ਹੁਣ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਕੋਈ ਖਰਚਾ ਨਹੀਂ ਦੇਵਾਂਗਾ। ਜੇ ਤੈਨੂੰ ਪੈਸੇ ਚਾਹੀਦੇ ਆ ਤਾਂ ਤੂੰ ਆਪ ਨੌਕਰੀ ਕਰ ਲੈ। ਮੇਰੇ ਨਾਲ ਲੜਾਈ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ। ਉਸ ਦੇ ਡਰ ਨਾਲ ਮੈਂ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੇਰੀ ਹਾਲਤ ਇੰਨੀ ਬੁਰੀ ਸੀ ਕਿ ਮੈਂ ਕਈ ਵਾਰ ਤਾਂ ਬੱਚਿਆਂ ਦੇ ਸਾਹਮਣੇ ਹੀ ਰੋ ਪੈਂਦੀ ਸੀ। ਬੱਚੇ ਹੈਰਾਨ ਹੋ ਜਾਂਦੇ ਕਿ ਟੀਚਰ ਨੂੰ ਕੀ ਹੋ ਗਿਆ। ਉਹ ਮੇਰੇ ਕੋਲੋਂ ਪੁੱਛਦੇ, ਪਰ ਮੇਰੇ ਕੋਲ ਕੋਈ ਜਵਾਬ ਨਾ ਹੁੰਦਾ। ਉਹ ਬਹੁਤ ਹੀ ਘਟੀਆ ਸੋਚ ਦਾ ਮਾਲਕ ਸੀ। ਆਪਣੇ ਦੋਸਤਾਂ ਦੇ ਸਾਹਮਣੇ ਵੀ ਮੇਰੀ ਬੇਇੱਜ਼ਤੀ ਕਰਦਾ। ਹਾਲੇ ਤੱਕ ਸਾਡੇ ਕੋਈ ਬੱਚਾ ਨਹੀਂ ਹੋਇਆ ਸੀ। ਮੈਂ ਬਹੁਤ ਪਰੇਸ਼ਾਨ ਰਹਿੰਦੀ। ਇਸੇ ਤਰ੍ਹਾਂ ਹੀ ਸਮਾਂ ਗੁਜ਼ਰਦਾ ਗਿਆ ਤੇ ਮੇਰੇ ਮਾਂ-ਬਾਪ ਰੱਬ ਨੂੰ ਪਿਆਰੇ ਹੋ ਗਏ। ਹੁਣ ਮੇਰਾ ਦੁੱਖ ਸੁੱਖ ਸੁਣਨ ਵਾਲਾ ਵੀ ਕੋਈ ਨਹੀਂ ਸੀ। ਮੇਰਾ ਪਤੀ ਜੋ ਵੀ ਮੈਨੂੰ ਕਹਿੰਦਾ ਉਹ ਮੈਂ ਚੁੱਪਚਾਪ ਮੰਨ ਲੈਂਦੀ। ਮੈਂ ਬਹੁਤ ਕੋਸ਼ਿਸ਼ ਕਰਦੀ ਕਿ ਅਸੀਂ ਦੋਵੇਂ ਖੁਸ਼ ਰਹੀਏ, ਪਰ ਉਸ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਹਰ ਗੱਲ ਵਿੱਚ ਨੁਕਸ ਕੱਢਦਾ ਰਹਿੰਦਾ। ਜਦੋਂ ਉਸਦੇ ਦੋਸਤ ਘਰ ਆ ਜਾਂਦੇ ਤਾਂ ਮੇਰਾ ਸਾਰਾ ਦਿਨ ਹੀ ਕਿਚਨ ਵਿੱਚ ਲੰਘਦਾ। ਉਹ ਮੇਰੇ 'ਤੇ ਸ਼ੱਕ ਬੜਾ ਕਰਦਾ। ਵੱਡਾ ਅਫਸਰ ਹੋਣ ਕਰਕੇ ਉਹ ਕਾਫੀ ਪੈਸੇ ਕਮਾਉਂਦਾ ਸੀ। ਨਿੱਤ ਨਵੀਆਂ ਗੱਡੀਆਂ ਬਦਲਦਾ ਰਹਿੰਦਾ। ਆਪਣੇ ਹਰ ਸ਼ੌਂਕ ਪੂਰੇ ਕਰਦਾ। ਅੱਧੀ-ਅੱਧੀ ਰਾਤ ਨੂੰ ਘਰ ਵੜਦਾ, ਪਰ ਮੇਰੇ ਨਾਲ ਉਸਨੂੰ ਕੋਈ ਮਤਲਬ ਨਹੀਂ ਸੀ। ਹੁਣ ਤਾਂ ਪੂਰੇ ਮੁਹੱਲੇ ਵਿੱਚ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਲੜਦੇ ਰਹਿੰਦੇ ਹਨ। ਇੱਕ ਦਿਨ ਮੈਂ ਦਾਲ ਬਣਾ ਲਈ ਤੇ ਉਹ ਮੇਰੇ ਨਾਲ ਲੜਨ ਲੱਗਿਆ ਕਿ ਤੂੰ ਸਬਜ਼ੀ ਕਿਉਂ ਨਹੀਂ ਬਣਾਈ? ਤੈਨੂੰ ਪਤਾ ਹੈ ਨਾ ਕਿ ਮੈਨੂੰ ਦਾਲ ਪਸੰਦ ਨਹੀਂ ਹੈ। ਮੈਂ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਸਬਜ਼ੀ ਲਿਆ ਕੇ ਰੱਖ ਜਾਂਦੇ ਤਾਂ ਮੈਂ ਬਣਾ ਦਿੰਦੀ। ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਜੋ ਮੈਂ ਖਰੀਦ ਕੇ ਲਿਆ ਸਕਾਂ। ਮੇਰਾ ਇੰਨੇ ਕਹਿਣ 'ਤੇ ਹੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਤੇ ਉਹ ਘਰ ਦੇ ਭਾਂਡੇ ਭੰਨਣ ਲੱਗਾ। ਮੈਨੂੰ ਕਹਿੰਦਾ, ਤੂੰ ਹੁਣ ਮੇਰੇ ਘਰ 'ਚ ਨਹੀਂ ਰਹਿ ਸਕਦੀ। ਤੂੰ ਮੈਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ। ਮੇਰੇ ਪਤੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਦਾ ਬੀਪੀ ਇੱਕਦਮ ਹਾਈ ਹੋ ਗਿਆ ਤੇ ਉਸ ਨੂੰ ਦੌਰਾ ਪੈ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੂੰ ਕੀ ਹੋ ਗਿਆ। ਉਸ ਦੀ ਹਾਲਤ ਦੇਖ ਕੇ ਮੈਂ ਬਹੁਤ ਡਰ ਗਈ। ਮੈਂ ਜਲਦੀ ਨਾਲ ਐਂਬੂਲੈਂਸ ਮੰਗਵਾਈ ਤੇ ਉਸ ਨੂੰ ਹਸਪਤਾਲ ਲੈ ਗਈ। ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਪਤੀ ਨੂੰ ਲਕਵਾ ਹੋ ਗਿਆ। ਹੁਣ ਨਾ ਤਾਂ ਇਹ ਬੋਲ ਸਕਦੇ ਆ ਤੇ ਨਾ ਹੀ ਚੱਲ ਫਿਰ ਸਕਦੇ ਆ। ਮੇਰੇ ਪਤੀ ਦੀਆਂ ਸਿਰਫ ਅੱਖਾਂ ਖੁੱਲੀਆਂ ਸਨ, ਬਾਕੀ ਸਾਰਾ ਸਰੀਰ ਬੇਜਾਨ ਹੋ ਚੁੱਕਿਆ ਸੀ। ਸਾਹ ਚੱਲਦੇ ਸੀ ਤੇ 2-3 ਉਂਗਲੀਆਂ ਹਿਲਦੀਆਂ ਸਨ। ਇਸ ਤੋਂ ਇਲਾਵਾ ਉਸਦਾ ਸਾਰਾ ਸਰੀਰ ਮੰਜੇ ਨਾਲ ਜੁੜ ਗਿਆ। ਕੁਝ ਦਿਨ ਉਸ ਨੂੰ ਹਸਪਤਾਲ ਰੱਖਿਆ ਗਿਆ ਤੇ ਫਿਰ ਮੈਂ ਉਸ ਨੂੰ ਘਰ ਲੈ ਆਈ। ਮੇਰਾ ਸਹਾਰਾ ਮੇਰਾ ਪਤੀ ਹੀ ਸੀ, ਚਾਹੇ ਉਹ ਮੇਰੇ ਨਾਲ ਲੜਦਾ ਰਹਿੰਦਾ ਸੀ। ਮੈਂ ਉਸਦੀ ਦੇਖਭਾਲ ਕਰਦੀ। ਮੈਨੂੰ ਉਸ ਦੀਆਂ ਨਜ਼ਰਾਂ ਵਿੱਚ ਕੋਈ ਸ਼ਰਮਿੰਦਗੀ ਨਜ਼ਰ ਨਹੀਂ ਆਉਂਦੀ ਸੀ,
ਪਰ ਮੈਂ ਉਸ ਦੀ ਅਜਿਹੀ ਹਾਲਤ ਦੇਖ ਕੇ ਬਹੁਤ ਦੁਖੀ ਹੋ ਜਾਂਦੀ, ਕਿਉਂਕਿ ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਮੇਰੇ ਪਤੀ ਦਾ ਨੁਕਸਾਨ ਹੋਵੇ। ਪਤੀ ਚਾਹੇ ਕਿਹੋ ਜਿਹਾ ਵੀ ਹੋਵੇ, ਪਤੀ ਪਤੀ ਹੁੰਦਾ ਹੈ, ਜਿਸ ਨਾਲ ਆਪਾਂ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਹੁੰਦੀਆਂ। ਮੇਰੇ ਕੋਈ ਅੱਗੇ ਪਿੱਛੇ ਨਹੀਂ ਸੀ, ਮੇਰਾ ਪਤੀ ਮੇਰੇ ਲਈ ਸਭ ਕੁਝ ਸੀ। ਮੈਂ ਉਸਨੂੰ ਬਹੁਤ ਪਿਆਰ ਕਰਦੀ ਸੀ, ਪਰ ਉਸਦੇ ਮਨ ਵਿੱਚ ਇਹ ਵਹਿਮ ਪੈਦਾ ਹੋ ਗਿਆ ਸੀ ਕਿ ਕਿਤੇ ਮੈਨੂੰ ਛੱਡ ਕੇ ਨਾ ਚਲੀ ਜਾਵੇ। ਇਸੇ ਕਰਕੇ ਉਹ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਖੈਰ, ਮੈਂ ਉਸ ਦੀ ਬਹੁਤ ਸੇਵਾ ਕਰਦੀ। ਮੇਰੀ ਸੇਵਾ ਦੇਖ ਕੇ ਮੇਰੇ ਪਤੀ ਦੀਆਂ ਅੱਖਾਂ ਵੀ ਕੁਝ ਬਦਲਣ ਲੱਗੀਆਂ। ਇੱਕ ਦਿਨ ਮੈਂ ਘਰ ਦੇ ਕੰਮ ਜਲਦੀ ਨਿਪਟਾ ਰਹੀ ਸੀ ਤਾਂ ਮੇਰੇ ਪਤੀ ਨੇ ਇੱਕ ਅਜੀਬ ਜਿਹਾ ਇਸ਼ਾਰਾ ਕੀਤਾ। ਉਹ ਸਟੋਰ ਰੂਮ ਵੱਲ ਇਸ਼ਾਰਾ ਕਰ ਰਿਹਾ ਸੀ। ਮੈਂ ਉਸਨੂੰ ਪੁੱਛਿਆ ਕਿ ਸਟੋਰ ਰੂਮ ਵਿੱਚ ਜਾਣਾ ਚਾਹੁੰਦੇ ਹੋ? ਉਸਨੇ ਨਾਂ ਵਿੱਚ ਇਸ਼ਾਰਾ ਕੀਤਾ, ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਸਟੋਰ ਰੂਮ ਵਿੱਚ ਜਾ ਕੇ ਦੇਖਿਆ, ਪਰ ਉੱਥੇ ਕੁਝ ਨਹੀਂ ਸੀ। ਮੇਰੇ ਪਤੀ ਦੀ ਨੌਕਰੀ ਛੁੱਟ ਗਈ ਸੀ, ਹੁਣ ਪੈਸਾ ਆਉਣਾ ਬੰਦ ਹੋ ਗਿਆ ਸੀ। ਰਿਸ਼ਤੇਦਾਰ ਵੀ ਜੋ ਹਰ ਵਕਤ ਆਉਂਦੇ ਸੀ, ਮਿੱਠੀਆਂ ਗੱਲਾਂ ਕਰਦੇ ਸੀ, ਕਿਉਂਕਿ ਮੇਰਾ ਪਤੀ ਸਰਕਾਰੀ ਅਫਸਰ ਸੀ। ਉਹਨਾਂ ਨੂੰ ਹੁੰਦਾ ਸੀ ਕਿ ਸਾਨੂੰ ਵੀ ਕੋਈ ਨੌਕਰੀ ਲਵਾ ਦੇਵੇ। ਉਸ ਟਾਈਮ ਤਾਂ ਸਭ ਆਉਂਦੇ ਸੀ ਆਪਣਾ ਮਤਲਬ ਕੱਢਣ ਨੂੰ, ਪਰ ਹੁਣ ਉਹਨਾਂ ਸਾਰਿਆਂ ਨੇ ਆਉਣਾ ਵੀ ਬੰਦ ਕਰ ਦਿੱਤਾ ਸੀ। ਇੱਥੋਂ ਤੱਕ ਕਿ ਕੋਈ ਫੋਨ ਵੀ ਨਹੀਂ ਕਰਦਾ ਸੀ। ਇਸ ਗੱਲ ਦਾ ਅਹਿਸਾਸ ਮੇਰੇ ਪਤੀ ਨੂੰ ਹੋ ਗਿਆ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੁਸ਼ਕਿਲ ਸਮੇਂ ਮੇਰੀ ਪਤਨੀ ਹੀ ਮੇਰੇ ਨਾਲ ਖੜੀ ਹੈ। ਮੇਰਾ ਪਤੀ ਰੋਜ਼ ਮੈਨੂੰ ਸਟੋਰ ਰੂਮ ਵੱਲ ਇਸ਼ਾਰਾ ਕਰਦਾ, ਪਰ ਮੈਂ ਅਣਗੌਲਿਆਂ ਕਰ ਦਿੰਦੀ। ਪਰ ਉਸ ਦੀ ਹਾਲਤ ਦੇਖ ਕੇ ਮੈਂ ਬਹੁਤ ਰੋਂਦੀ। ਸਾਡੇ ਵਿਆਹ ਨੂੰ 2 ਸਾਲ ਹੋ ਗਏ ਸੀ। ਇਹ ਅਲੱਗ ਗੱਲ ਸੀ ਕਿ ਉਸ ਨੇ 2 ਸਾਲਾਂ ਵਿੱਚ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ, ਪਰ ਮੈਂ ਉਸ ਨੂੰ ਮਾफ़ ਕਰ ਦਿੱਤਾ, ਕਿਉਂਕਿ ਰੱਬ ਨੇ ਉਸ ਨੂੰ ਉਸਦੇ ਕੀਤੇ ਦੀ ਸਜ਼ਾ ਦੇ ਦਿੱਤੀ ਸੀ। ਫਿਰ ਮੈਂ ਕੌਣ ਹੁੰਦੀ ਹਾਂ ਉਸ ਨੂੰ ਸਜ਼ਾ ਦੇਣ ਵਾਲੀ? ਮੇਰੀ ਤਨਖਾਹ ਤੋਂ ਤਾਂ ਉਸ ਦੀਆਂ ਦਵਾਈਆਂ ਹੀ ਪੂਰੀਆਂ ਹੁੰਦੀਆਂ। ਸਾਡੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਹੋ ਗਏ। ਜੋ ਥੋੜ੍ਹੇ ਬਹੁਤੇ ਪੈਸੇ ਉਸਦੇ ਖਾਤੇ ਵਿੱਚ ਸੀ, ਉਹ ਵੀ ਉਸਦੇ ਇਲਾਜ 'ਤੇ ਖਰਚ ਹੋ ਗਏ। ਪਰ ਮੈਂ ਉਸਦੇ ਸਟੋਰ ਰੂਮ ਵਾਲੇ ਇਸ਼ਾਰੇ ਤੋਂ ਬਹੁਤ ਪਰੇਸ਼ਾਨ ਸੀ। ਪਰ ਕੁਝ ਤਾਂ ਉੱਥੇ ਸੀ ਜੋ ਮੇਰਾ ਪਤੀ ਵਾਰ-ਵਾਰ ਇਸ਼ਾਰਾ ਕਰਦਾ ਸੀ। ਇੱਕ ਦਿਨ ਉਸਦੀ ਦੋਸਤ ਘਰ ਆਈ। ਮੈਂ ਉਸਨੂੰ ਦੱਸਿਆ ਕਿ ਇਹ ਸਟੋਰ ਰੂਮ ਵੱਲ ਇਸ਼ਾਰਾ ਕਰਦੇ ਹਨ। ਉਹ ਮੈਨੂੰ ਕਹਿੰਦੀ ਕਿ ਇਹਦੇ ਪੈਸੇ ਨਾ ਨੱਪੇ ਹੋਣ ਉੱਥੇ, ਕਿਉਂਕਿ ਇਹ ਸਰਕਾਰੀ ਨੌਕਰ ਸੀ ਤੇ ਪੱਕਾ ਰਿਸ਼ਵਤ ਵੀ ਲੈਂਦਾ ਹੋਊ। ਇੰਨਾ ਪੈਸਾ ਘਰ ਆਉਂਦਾ ਸੀ ਤੇ ਉਹ ਗਿਆ ਕਿੱਥੇ? ਉਹ ਮੈਨੂੰ ਇਹ ਸਭ ਕਹਿ ਕੇ ਚਲੀ ਗਈ। ਮੈਂ ਵੀ ਸੋਚਿਆ ਕਿ ਮੇਰਾ ਪਤੀ ਮੈਨੂੰ ਵੀ ਇੱਕ ਪੈਸਾ ਨਹੀਂ ਦਿੰਦਾ ਸੀ। ਉਸ ਤੋਂ ਬਾਅਦ ਮੈਂ ਇਹ ਸਾਰੀਆਂ ਗੱਲਾਂ ਆਪਣੇ ਪਤੀ ਨੂੰ ਦੱਸੀਆਂ। ਉਹ ਮੇਰੀਆਂ ਗੱਲਾਂ ਸਮਝ ਰਿਹਾ ਸੀ, ਪਰ ਕੁਝ ਬੋਲ ਨਾ ਸਕਿਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਉਸ ਦੀਆਂ ਅੱਖਾਂ ਦੇਖ ਕੇ ਲੱਗਦਾ ਸੀ ਕਿ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਹੈ। ਮੈਂ ਪੂਰੇ ਦਿਲ ਜਾਨ ਤੋਂ ਆਪਣੇ ਪਤੀ ਦੀ ਸੇਵਾ ਕਰਨ ਵਿੱਚ ਲੱਗੀ ਹੋਈ ਸੀ। ਡਾਕਟਰਾਂ ਨੂੰ ਵੀ ਦਿਖਾਉਂਦੀ ਰਹਿੰਦੀ ਕਿ ਇਹ ਠੀਕ ਹੋ ਜਾਣ, ਪਰ ਉਹ ਜਵਾਬ ਦੇ ਦਿੰਦੇ ਤੇ ਪੈਸਾ ਵੀ ਇੰਨਾ ਲੱਗੀ ਜਾਂਦਾ ਸੀ। ਮੇਰੇ ਪਤੀ ਹੁਣ ਪਰੇਸ਼ਾਨ ਰਹਿਣ ਲੱਗੇ ਸੀ। ਉਹਨਾਂ ਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਡਾਕਟਰਾਂ ਨੇ ਕਿਹਾ ਕਿ ਜੇ ਇਹ ਪਰੇਸ਼ਾਨ ਰਹਿਣਗੇ ਤਾਂ ਦਵਾਈ ਦਾ ਅਸਰ ਵੀ ਨਹੀਂ ਹੋਵੇਗਾ। ਇੱਕ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਆਪਣੇ ਪਤੀ ਨੂੰ ਦੇਖਿਆ ਤਾਂ ਉਹਨਾਂ ਦਾ ਸਰੀਰ ਠੰਡਾ ਪੈ ਚੁੱਕਿਆ ਸੀ। ਮੈਂ ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਨੇ ਉਹਨਾਂ ਨੂੰ ਚੈੱਕ ਕਰਕੇ ਕਿਹਾ ਕਿ ਇਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਮੈਂ ਰੋਣ ਲੱਗੀ ਤਾਂ ਡਾਕਟਰ ਨੇ ਮੈਨੂੰ ਸਮਝਾਇਆ ਕਿ ਇਸ ਵਿੱਚ ਰੋਣ ਵਾਲੀ ਗੱਲ ਨਹੀਂ ਹੈ। ਤੇਰਾ ਪਤੀ ਜਿਸ ਹਾਲਤ ਵਿੱਚ ਸੀ ਉਸ ਨਾਲੋਂ ਤਾਂ ਇਹ ਵਧੀਆ ਹੈ, ਕਿਉਂਕਿ ਤੇਰੇ ਪਤੀ ਬਹੁਤ ਤਕਲੀਫ ਵਿੱਚ ਸਨ। ਫਿਰ ਮੈਂ ਖੁਦ ਨੂੰ ਸੰਭਾਲਿਆ। ਹੁਣ ਮੈਂ ਇਸ ਦੁਨੀਆ ਵਿੱਚ ਬਿਲਕੁਲ ਇਕੱਲੀ ਰਹਿ ਗਈ ਸੀ। ਇੱਕ ਦਿਨ ਮੈਨੂੰ ਯਾਦ ਆਇਆ ਕਿ ਮੇਰੇ ਪਤੀ ਸਟੋਰ ਰੂਮ ਵੱਲ ਇਸ਼ਾਰਾ ਕਰਦੇ ਸੀ। ਮੈਂ ਦੇਖਾਂ ਤਾਂ ਸਹੀ ਕਿ ਉਸ ਵਿੱਚ ਕੀ ਆ। ਮੈਂ ਸਟੋਰ ਰੂਮ ਦੀ ਤਲਾਸ਼ੀ ਲੈਣ ਲੱਗੀ, ਪਰ ਮੈਨੂੰ ਕੁਝ ਨਾ ਮਿਲਿਆ। ਮੈਂ ਅਲਮਾਰੀਆਂ ਨੂੰ ਪਾਸੇ ਕਰਕੇ ਦੇਖਣ ਲੱਗੀ। ਜਦੋਂ ਇੱਕ ਅਲਮਾਰੀ ਪਾਸੇ ਕੀਤੀ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਉਸਦੇ ਮਗਰ ਲੋਕਰ ਬਣੇ ਹੋਏ ਸੀ। ਕੰਧ ਵਿੱਚ ਲੋਕਰ ਦੇਖ ਕੇ ਮੈਂ ਉਹਨਾਂ ਨੂੰ ਤੋੜਨਾ ਸ਼ੁਰੂ ਕੀਤਾ। ਕਾਫੀ ਜੱਦੋ-ਜਹਿਦ ਤੋਂ ਬਾਅਦ ਉਹ ਟੁੱਟ ਗਏ। ਉਸ ਦੇ ਅੰਦਰ ਦੇਖ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉਸ ਦੇ ਅੰਦਰ ਬਹੁਤ ਸਾਰੇ ਪੈਸੇ ਤੇ ਸੋਨੇ ਨਾਲ ਭਰੇ ਹੋਏ ਸੀ। ਮੈਨੂੰ ਮੇਰੇ ਪਤੀ ਦੀ ਉਸ ਦੋਸਤ ਦੀ ਗੱਲ ਯਾਦ ਆ ਗਈ ਕਿ ਉਹ ਸੱਚ ਹੀ ਬੋਲਦੀ ਸੀ। ਇੱਕ ਲੋਕਰ ਨੋਟਾਂ ਦਾ ਤੇ ਦੂਜੇ ਸੋਨੇ ਦਾ। ਮੇਰੇ ਪਤੀ ਦੀ ਰਿਸ਼ਵਤ ਦੀ ਕਮਾਈ ਇਹਨਾਂ ਲੋਕਰਾਂ ਵਿੱਚ ਸੀ। ਇਹ ਕਮਾਈ ਮਿਹਨਤ ਦੀ ਸੀ ਜਾਂ ਪਾਪ ਦੀ, ਮੈਨੂੰ ਨਹੀਂ ਪਤਾ ਸੀ, ਪਰ ਮੈਨੂੰ ਹੁਣ ਸਮਝ ਆ ਗਿਆ ਸੀ ਕਿ ਮੇਰੇ ਪਤੀ ਸਟੋਰ ਰੂਮ ਵੱਲ ਇਸ਼ਾਰਾ ਕਿਉਂ ਕਰ ਰਹੇ ਸਨ। ਮਰਨ ਤੋਂ ਪਹਿਲਾਂ ਉਹ ਮੈਨੂੰ ਆਪਣੀ ਸਾਰੀ ਦੌਲਤ ਦੇ ਦੇਣਾ ਚਾਹੁੰਦੇ ਸਨ। ਸ਼ਾਇਦ ਮਰਦੇ ਸਮੇਂ ਮੇਰੀ ਸੇਵਾ ਦੇਖ ਕੇ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਇਸ ਦੁਨੀਆ ਵਿੱਚ ਇਕੱਲੀ ਮੈਂ ਉਸ ਨੂੰ ਸੱਚੇ ਦਿਲੋਂ ਪਿਆਰ ਕਰਦੀ ਸੀ।
ਇਹ ਸਭ ਸੋਚ ਕੇ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਸੋਚਿਆ ਚਲੋ ਮਰਨ ਸਮੇਂ ਹੀ ਸਹੀ ਮੇਰੇ ਪਤੀ ਨੂੰ ਯਕੀਨ ਤਾਂ ਆਇਆ ਕਿ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦੀ ਸੀ। ਮੈਂ ਆਪਣੇ ਪਤੀ ਦਾ ਧੰਨਵਾਦ ਕੀਤਾ ਤੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।